ਪਹਿਲਾਂ ਕੀ ਹੁੰਦਾ ਸੀ ਵੀ ਪਹਿਲਾਂ ਕੰਪਨੀ ਹੁੰਦੀ ਹੈ, ਉਸ ਤੋਂ ਬਾਅਦ ਹੋਲਸੇਲਰ ਹੁੰਦਾ ਹੈ ਜਾਂ ਡਿਸਟ੍ਰੀਬਿਊਟਰ ਹੁੰਦਾ ਹੈ, ਤੇ ਉਸ ਤੋਂ ਬਾਅਦ ਦੁਕਾਨਦਾਰ ਤੋਂ ਬਾਅਦ ਫਿਰ ਕਿਸਾਨ ਆਉਂਦਾ ਹੈ। ਪਰ ਇੱਥੇ ਐਫਪੀਓ ਨਾਲ ਜਿਹੜੀਆਂ ਇਹ ਕੰਪਨੀਆਂ ਡਾਇਰੈਕਟ ਜੁੜਦੀਆਂ ਤੇ ਇਹਦੇ ਵਿੱਚ ਤੁਹਾਨੂੰ ਮਿਲੂਗਾ ਕੀ, ਇਹਦੇ ਵਿੱਚ ਬਹੁਤ ਜ਼ਿਆਦਾ ਸਕੀਮਾਂ ਨੇ। ਜਿਵੇਂ ਕਿ ਜਦ ਅਸੀਂ ਕੋਈ ਇਕੱਲਾ ਬੰਦਾ ਕੋਈ ਅਸੀਂ ਮਸ਼ੀਨਰੀ ਲੈਂਦੇ ਹਾਂ ਤਾਂ ਉਹਦੇ ਵਿੱਚ ਸਾਨੂੰ ਸਬਸਿਡੀ ਨਹੀਂ ਮਿਲਦੀ, ਪਰ ਜੇ ਅਸੀਂ ਐਫਪੀਓ ਦੇ ਜ਼ਰੀਏ ਮਸ਼ੀਨਰੀ ਲੈਂਦੇ ਹਾਂ, ਜਿਵੇਂ ਟਰੈਕਟਰ ਲੈਂਦੇ ਹਾਂ ਜਾਂ ਹੈਪੀ ਸੀਡਰ, ਸੁਪਰ ਸੀਡਰ ਜਾਂ ਜੀਰੀ ਲਾਉਣ ਵਾਲੀਆਂ ਮਸ਼ੀਨਾਂ ਲੈਂਦੇ ਹਾਂ, ਇਹਨਾਂ 'ਤੇ ਸਾਨੂੰ 80% ਸਬਸਿਡੀ ਹੈ ਜਿਹੜੀ ਉਹ ਸਰਕਾਰ ਵੱਲੋਂ ਐਫਪੀਓ ਨੂੰ ਦਿੱਤੀ ਜਾਂਦੀ ਹੈ। ਵੱਡੀ ਗੱਲ ਇਹ ਹੈ ਵੀ ਸਾਡੇ ਵੱਡੇ ਭਰਾ ਜਗਤਾਰ ਸਿੰਘ ਮਟਰਾ ਸਰਪੰਚ ਸਾਹਿਬ ਨੇ ਮਟਰਾ ਪਿੰਡ ਤੋਂ, ਸਾਹਿਬ ਸਿੰਘ ਭਰੋਟੋ ਨੇ ਸਰਪੰਚ ਸਾਹਿਬ, ਇੱਧਰ ਜੀਵਨ ਜੀ ਬੈਠੇ ਆ, ਇਹ ਰਾਏ ਸਿੰਘ ਵਾਲੇ ਤੋਂ ਸਰਪੰਚ ਨੇ। ਤਾਂ ਪਿੰਡਾਂ ਦੇ ਵਿੱਚ ਗਰੁੱਪ ਬਣਾਉਣੇ ਪੈਂਦੇ ਸੀਗੇ, ਪਰ ਹੁਣ ਐਫਪੀਓ ਦੇ ਰਾਹੀਂ ਮਤਲਬ ਇਹ 80% ਸਬਸਿਡੀ ਕਿਸਾਨੀ ਸੰਦਾਂ ਦੇ ਉੱਪਰ ਲੈ ਸਕਦੇ ਆ। ਜੀ ਆਪਣਾ ਨੂਰਪੁਰਾ ਫਰਨੀਚਰ ਹਾਊਸ ਹੈ ਜਿਹੜਾ, ਉਹਦੇ ਲਾਗੇ ਆ ਜਿੱਥੇ ਕਾਲੇ ਦੀ ਚੱਕੀ ਹੁੰਦੀ ਸੀ ਐਮਸੀ ਸਾਹਿਬ ਦੀ। तो हमने 10 एफपीओ हरियाणा में बनाई और 10 हमने पंजाब में बनाई है। उनमें से आज हम भवानीगढ़ में है, और भवानीगढ़ में यूनाइटेड शक्ति फार्मा प्रोड्यूसर कंपनी जो बनी है, ये संगरूर ज़िले के अंदर हमें 5 ब्लॉक मिले हैं, जिसके अंदर ये भवानीगढ़ के ज़िले के अंदर आज हम इस मुहूर्त पे आए हुए हैं, जिसके तहत किसानों को नो प्रॉफिट नो लॉस पे अपना इनपुट मिल पाएगा। आदान इसको हम बोल सकते हैं। पेस्टिसाइड क्या है कि ये किसानों की ही कंपनी है, तो अगर मान लीजिए कोई प्रॉफिट भी आता है तो प्रॉफिट भी वो किसानों में ही बटेगा। या ਅੱਜ ਜੀ ਭਵਾਨੀਗੜ੍ਹ ਬਲਾਕ ਦੇ ਵਿੱਚ SFAC ਜਿਹੜੇ ਸੈਂਟਰ ਗਵਰਨਮੈਂਟ ਦੀ ਸਕੀਮ ਆ ਉਹਦੀ ਤਹਿਤ ਜਿਹੜਾ FPO ਬਣਿਆ, 10,000 FPO ਪੂਰੇ ਇੰਡੀਆ ਦੇ ਵਿੱਚ ਬਣਨੇ ਸੀ। ਉਹਨਾਂ ਦੇ ਵਿੱਚੋਂ ਇੱਕ ਜਿਹੜਾ FPO ਹੈ ਉਹ ਭਵਾਨੀਗੜ੍ਹ ਦੇ ਵਿੱਚ ਬਣਿਆ ਤੇ ਜ਼ਿਲ੍ਹਾ ਸੰਗਰੂਰ ਦੇ ਵਿੱਚ, ਤੇ ਉਹਦਾ ਅੱਜ ਯੂਨਾਈਟਿਡ ਸ਼ਕਤੀ ਜਿਹੜਾ ਫਾਰਮ ਪ੍ਰੋਡਿਊਸ ਕੰਪਨੀ ਸੀ ਉਹਦਾ ਅੱਜ ਮਹੂਰਤ ਸੀ। ਤੇ ਇਹਦੇ ਵਿੱਚ ਜਿਹੜਾ ਪੈਸਟੀਸਾਈਡ ਤੇ ਖਾਦ ਤੇ ਬੀਜ ਇਹਨਾਂ ਦਾ ਜਿਹੜਾ ਜੋ ਸ਼ੋਰੂਮ ਖੋਲ੍ਹਿਆ ਗਿਆ, ਉਦਘਾਟਨ ਕੀਤਾ ਗਿਆ। ਸਾਰੀਆਂ ਕੰਪਨੀਆਂ ਦੇ ਪੈਸਟੀਸਾਈਡ ਹਾਂਜੀ ਹਾਂਜੀ, ਉਰੇ ਹਰ ਇੱਕ ਵਧੀਆ ਕੰਪਨੀ ਜਿਵੇਂ ਸਜੈਂਟਾ ਵਾਇਰ, ਕਿਉਂਕਿ ਇਹਦੇ ਵਿੱਚ ਕੀ ਚੀਜ਼ ਹੋ ਗਈ ਕਿ ਪਹਿਲਾਂ ਕੀ ਹੁੰਦਾ ਸੀ ਵੀ ਪਹਿਲਾਂ ਕੰਪਨੀ ਹੁੰਦੀ ਹੈ, ਉਸ ਤੋਂ ਬਾਅਦ ਹੋਲਸੇਲਰ ਹੁੰਦਾ ਜਾਂ ਡਿਸਟ੍ਰੀਬਿਊਟਰ ਹੁੰਦਾ, ਤੇ ਉਸ ਤੋਂ ਬਾਅਦ ਦੁਕਾਨਦਾਰ ਤੋਂ ਬਾਅਦ ਫਿਰ ਕਿਸਾਨ ਆਉਂਦਾ। ਪਰ ਇੱਥੇ FPO ਨਾਲ ਜਿਹੜੀਆਂ ਇਹ ਕੰਪਨੀਆਂ ਡਾਇਰੈਕਟ
ਜੋੜਨੀ ਹੈ, ਕਿਉਂਕਿ ਐਫਪੀਓ ਕੀ ਹੈ, ਇੱਕ ਫਾਰਮ ਪ੍ਰੋਡਿਊਸ ਕੰਪਨੀ ਹੈ ਜਿਹਦੇ ਵਿੱਚ ਅਸੀਂ ਇੱਕ ਬਲਾਕ ਦੇ ਵਿੱਚ 750 ਕਿਸਾਨਾਂ ਨੂੰ ਹੀ ਜੋੜ ਸਕਦੇ ਹਾਂ ਇੱਕ ਐਫਪੀਓ ਦੇ ਵਿੱਚ। ਕਿਵੇਂ ਬੜਾ ਉਹਦੇ ਵਿੱਚ ਇਹ ਹੈ ਜੀ, ਇਹਦਾ ਨਾ ਮੈਂਬਰ ਬਣਨਾ ਪਊਗਾ ਜਿਹਦਾ ਕਿ 2000 ਰੁਪਈਆ ਜਿਹੜੀ ਇਹਦੀ ਲਾਈਫ ਟਾਈਮ ਵਾਸਤੇ ਇਹਦੀ ਇੱਕ ਤਰ੍ਹਾਂ ਨਾਲ ਸਿਕਿਉਰਿਟੀ ਹੈਗੀ ਹੈ। ਤੇ ਇਹਦੇ ਵਿੱਚ ਤੁਹਾਨੂੰ ਮਿਲੂਗਾ ਕਿ ਇਹਦੇ ਵਿੱਚ ਬਹੁਤ ਜ਼ਿਆਦਾ ਸਕੀਮਾਂ ਨੇ, ਜਿਵੇਂ ਕਿ ਜਦ ਅਸੀਂ ਕੋਈ ਇਕੱਲਾ ਬੰਦਾ ਕੋਈ ਅਸੀਂ ਮਸ਼ੀਨਰੀ ਲੈਂਦੇ ਹਾਂ ਤਾਂ ਉਹਦੇ ਵਿੱਚ ਸਾਨੂੰ ਸਬਸਿਡੀ ਨਹੀਂ ਮਿਲਦੀ, ਪਰ ਜੇ ਅਸੀਂ ਐਫਪੀਓ ਦੇ ਜ਼ਰੀਏ ਮਸ਼ੀਨਰੀ ਲੈਂਦੇ ਹਾਂ, ਜਿਵੇਂ ਟਰੈਕਟਰ ਲੈਂਦੇ ਹਾਂ ਜਾਂ ਹੈਪੀ ਸੀਡਰ, ਸੁਪਰ ਸੀਡਰ ਜਾਂ ਜੀਰੀ ਲਾਉਣ ਵਾਲੀਆਂ ਮਸ਼ੀਨਾਂ ਲੈਂਦੇ ਹਾਂ, ਇਹਨਾਂ ਤੇ ਸਾਨੂੰ 80% ਸਬਸਿਡੀ ਹੈ ਜਿਹੜੀ ਉਹ ਸਰਕਾਰ ਵੱਲੋਂ ਐਫਪੀਓ ਨੂੰ ਦਿੱਤੀ ਜਾਂਦੀ ਹੈ। ਜਿਵੇਂ ਪਹਿਲੇ ਕਿਸਾਨ ਸੁਸਾਇਟੀ ਬਣਾਉਂਦੇ ਸੀ, ਉਹ ਸੁਸਾਇਟੀ ਬਣਾਉਣ ਦੀ ਲੋੜ ਨਹੀਂ। ਹਾਂ, ਹੁਣ ਸੁਸਾਇਟੀ ਬਣਾਉਣ ਦੀ ਲੋੜ ਨਹੀਂ। ਹੁਣ ਸੈਂਟਰ ਗਵਰਨਮੈਂਟ ਵੱਲੋਂ ਇਹ 10,000 ਐਫਪੀਓ ਜਿਹੜੇ ਬਣਾਏ ਗਏ ਆ, ਤੇ ਉਹਦੀ ਸ਼ੁਰੂਆਤ ਅੱਜ ਇੱਕ ਭਵਾਨੀਗੜ੍ਹ ਦੇ ਵਿੱਚ ਹੋਈ ਹੈ। ਤੇ ਜਿਸ ਤਰ੍ਹਾਂ ਇਹਦੇ ਵਿੱਚ ਨੋ ਪ੍ਰੋਫਿਟ ਨੋ ਲਾਸ ਦੇ ਅਸੀਂ ਕੰਮ ਕਰਨਾ ਹੈ ਕਿ ਜਿਹੜੇ ਵੀ ਸਾਡੇ ਕਿਸਾਨ ਭਰਾ ਨੇ ਉਹਨਾਂ ਨੂੰ ਬਹੁਤ ਹੀ ਘੱਟ ਕੀਮਤ ਦੇ ਵਿੱਚ ਅਸੀਂ ਜਿਹੜੀਆਂ ਤੇ ਵਧੀਆ ਕੁਆਲਿਟੀ ਦੀਆਂ ਕੰਪਨੀ ਦੀਆਂ ਚੀਜ਼ਾਂ ਅਸੀਂ ਪ੍ਰੋਵਾਈਡ ਕਰਨੀਆਂ ਨੇ। ਤੇ ਜਿਵੇਂ ਪੈਸਟੀਸਾਈਡ ਦੀਆਂ ਹੋਰ ਦੁਕਾਨਾਂ ਨੇ, ਉਹਨਾਂ ਨੂੰ ਰੇਟ ਦਾ ਡਿਸਕਾਊਂਟ ਬਿਲਕੁਲ ਡਿਸਕਾਊਂਟ ਘੱਟ ਹੋਊਗਾ ਜੀ, ਬਿਲਕੁਲ ਹੋਊਗਾ, ਕਿਉਂਕਿ ਅਸੀਂ ਨੋ ਪ੍ਰੋਫਿਟ ਨੋ ਲਾਸ ਤੇ ਕੰਮ ਕਰਨਾ ਹੈ। ਕਿਉਂਕਿ ਇਹ ਜਿਹੜਾ ਐਫਪੀਓ ਹੈ, ਇਹ ਜਿਹੜਾ ਸਰਮਾਏਦਾਰਾਂ ਦਾ ਐਫਪੀਓ ਨਹੀਂ ਹੈ। ਇਹਦੇ ਵਿੱਚ ਕਿਸਾਨ ਹੀ ਮਾਲਕ ਨੇ, ਕਿਸਾਨਾਂ ਨੇ ਹੀ ਖਰੀਦ ਕਰਨੀ ਹੈ, ਕਿਸਾਨਾਂ ਨੇ ਹੀ ਅੱਗੇ ਜਾ ਕੇ ਵੇਚਣੀ ਹੈ ਚੀਜ਼। ਸੋ ਇੱਕ ਤਾਂ ਅਸੀਂ ਆਲਰੇਡੀ ਪਹਿਲਾਂ ਹੀ ਕਿਸਾਨ ਆ, ਕਿਉਂਕਿ ਇਹਦੇ ਵਿੱਚ ਅਸੀਂ 3 ਪਿੰਡਾਂ ਦੇ ਜਿਹੜੇ ਸਰਪੰਚ ਆ ਅਸੀਂ ਸ਼ੁਰੂਆਤ ਕੀਤੀ ਹੈ। ਰਾਏ ਸਿੰਘ ਵਾਲਾ ਸਰਪੰਚ ਸਾਹਿਬ ਹੈਗੇ ਆ, ਤੇ ਭੜੋ ਤੋਂ ਸਰਪੰਚ ਸਾਹਿਬ ਹੈਗੇ ਆ, ਤੇ ਮੈਂ ਹੈਗਾ, ਤੇ ਅਸੀਂ ਤਿੰਨਾਂ ਨੇ ਮਿਲ ਕੇ ਅੱਗੇ ਇਹਦੇ ਵਿੱਚ 10 ਡਾਇਰੈਕਟਰ ਨੇ ਸਾਡੇ, ਤਾਂ 750 ਮੈਂਬਰ ਆ, ਜਿਹਦੇ ਵਿੱਚੋਂ 200 ਤੋਂ ਪਲੱਸ ਸਾਡੇ ਮੈਂਬਰ ਆ ਜਿਹੜੇ ਸਾਡੇ ਬਣ ਚੁੱਕੇ ਆ, ਤੇ ਬਾਕੀ 750 ਹੀ ਮੈਂਬਰ ਆ ਜਿਹੜਾ ਅਸੀਂ ਨੇ ਉਹ ਪੂਰਾ ਕਰਨਾ ਹੈ। ਮੈਂਬਰਾਂ ਨੂੰ ਜਿਵੇਂ ਮਸ਼ੀਨਰੀ ਲੈਂਦੇ ਨੇ, ਕੋਈ ਤਾਂ ਡਿਸਕਾਊਂਟ ਹੋਊਗਾ ਹੀ ਹੋਊਗਾ, ਬਾਕੀ ਹੋਰ ਵੀ ਬੈਨੀਫਿਟ ਹੋਣਗੇ। ਬਿਲਕੁਲ ਬਿਲਕੁਲ, ਬਹੁਤ ਜ਼ਿਆਦਾ ਬੈਨੀਫਿਟ ਹੈ ਜੀ, ਬਹੁਤ ਜ਼ਿਆਦਾ। ਉਹਦੇ ਵਿੱਚ ਕੀ ਆ, ਦੇਖੋ ਹੁਣ ਇਕੱਠੇ ਹੋ ਕੇ ਕਿਸਾਨ ਜਾਂ ਤਾਂ ਸੀਡ ਦਾ ਕੰਮ ਕਰਦੇ ਆ। ਹੁਣ ਸੀਡ ਦਾ ਕੰਮ ਹੈ ਜਿਹੜਾ ਬਹੁਤ ਵੱਡਾ ਪ੍ਰੋਜੈਕਟ ਹੈ, ਘੱਟ ਤੋਂ ਘੱਟ ਕਰੋੜ ਰੁਪਏ 2 ਕਰੋੜ ਦੀ ਲਾਗਤ ਆਉਂਦੀ ਹੈ। ਉਹਦੇ ਵਿੱਚ ਸਟੋਰਿੰਗ ਕਰਨੀ ਪੈਂਦੀ ਹੈ, ਸਾਰੀ ਮਸ਼ੀਨਰੀ ਖਰੀਦਣੀ ਪੈਂਦੀ ਹੈ, ਤਾਂ ਉਹਦੇ ਵਿੱਚ 80% ਸਬਸਿਡੀ ਹੈਗੀ ਹੈ। ਤਾਂ ਹੋਰ ਬਹੁਤ ਸਕੀਮਾਂ ਨੇ, ਜਿਵੇਂ ਜੇ ਬੱਕਰੀ ਪਾਲਣ ਦਾ ਮੈਂ ਗੱਲ ਕਰਾਂ, ਕਿਸਾਨ ਬੱਕਰੀ ਪਾਲਣ ਕਰਦੇ ਆ ਤਾਂ ਉਹਦੇ ਵਿੱਚ 50% ਸਬਸਿਡੀ ਹੈ, 1 ਕਰੋੜ ਦਾ ਪ੍ਰੋਜੈਕਟ ਹੈ। ਸੋ ਉਸ ਤੋਂ ਬਾਅਦ ਮਤਲਬ ਕਿ ਕੋਲਡ ਸਟੋਰ ਲਾਉਣਾ ਹੈ, ਤੇ ਬਹੁਤ ਕੰਮ ਨੇ ਜਿਹੜੇ ਫੀਡ ਦਾ ਤੁਸੀਂ ਕੋਈ ਕਾਰਖਾਨਾ ਲਾਉਣਾ ਹੈ, ਕੋਈ ਪ੍ਰੋਜੈਕਟ ਤਿਆਰ ਕਰਨਾ ਹੈ, ਤਾਂ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਸਬਸਿਡੀਆਂ ਨੇ ਜਿਹੜੀਆਂ ਇਹ ਐਫਪੀਓ ਨੂੰ ਮਿਲਣੀਆਂ ਨੇ। ਬਿਲਕੁਲ, ਜਿਵੇਂ ਕਿ ਇਹ ਸਬਸਿਡੀ ਨੂੰ ਤੁਸੀਂ ਦਵਾਇਆ ਕਰੋਗੇ, ਕਿਤੇ ਨਹੀਂ ਜਾਣ ਦੀ ਜ਼ਰੂਰਤ। ਬਿਲਕੁਲ ਬਿਲਕੁਲ, ਕਿਤੇ ਜਾਣ ਦੀ ਲੋੜ ਨਹੀਂ ਜੀ, ਕਿਉਂਕਿ ਸੈਂਟਰ ਗਵਰਨਮੈਂਟ ਨੇ ਜਿਹੜਾ ਇਹ ਸਕੀਮ ਚਲਾਈ ਹੈ, ਤਾਂ ਇਹਦੇ ਨਾਲ ਬਹੁਤ ਜ਼ਿਆਦਾ ਕਿਸਾਨਾਂ ਨੂੰ ਜਿਹੜਾ ਬੈਨੀਫਿਟ ਮਿਲੂਗਾ ਆਉਣ ਵਾਲੇ ਟਾਈਮ ਦੇ ਵਿੱਚ, ਤੇ ਇਹਦੇ ਨਾਲ ਇੱਕ ਭਾਈਚਾਰ ਏਕਤਾ ਵੀ ਵਧੂਗੀ। ਬਾਕੀ ਸਰਪੰਚ ਸਾਹਿਬ, ਕੀ ਪੈਸਟੀਸਾਈਡ ਜਿਹੜੀ ਸ਼ੌਪ ਆ ਤੁਹਾਡੀ, ਕੀ ਇੱਥੇ ਮਿਲੂਗਾ? ਯੂਰੀਆ, ਡਾਈ ਦਾ ਕਿਹੜੇ ਪ੍ਰੋਡਕਟ? ਹਾਂਜੀ, ਸਾਡੇ ਹਰ ਤਰ੍ਹਾਂ ਦੀ ਸਾਡੇ ਪੈਸਟੀਸਾਈਡ ਹੈ ਜੀ, ਮਤਲਬ ਕਿ ਵਾਇਰ ਸਜੈਂਟਾ ਜੋ ਵੀ ਨਾਮੀ ਕੰਪਨੀਆਂ ਨੇ ਸਾਰੀਆਂ ਦਾ ਸਮਾਨ ਇੱਥੋਂ ਮਿਲੂਗਾ। ਇਸ ਤੋਂ ਬਾਅਦ ਸੀਡ ਦੇ ਵਿੱਚ ਟੌਪ ਦੀਆਂ ਕੰਪਨੀਆਂ ਨੇ ਜਿਹੜੀਆਂ, ਉਹਨਾਂ ਦੇ ਪ੍ਰੋਡਕਟ ਨੇ, ਜਿਵੇਂ ਬਾਜਰਾ, ਚਰੀ ਵਗੈਰਾ, ਜਮਾਰ, ਮੱਕਾ, ਇਹ ਸਾਰਾ ਕੁਝ ਇੱਥੇ ਮਿਲੂਗਾ। ਇਸ ਤੋਂ ਬਾਅਦ ਖਾਦ ਦੇ ਵਿੱਚ ਜਿਵੇਂ ਡੀਏਪੀ ਹੋ ਗਿਆ, ਯੂਰੀਆ ਹੋ ਗਿਆ, ਪੋਟਾਸ ਹੋ ਗਿਆ, ਸਲਫਰ ਹੋ ਗਿਆ, ਹਰ ਇੱਕ ਤਰ੍ਹਾਂ ਦੀ ਖਾਦ ਹੈ ਜਿਹੜੀ ਇੱਥੇ ਮੁਹੱਈਆ ਕਰਾਈ ਜਾਊਗੀ। ਤੇ ਇਸ ਚੀਜ਼ ਦਾ ਭਵਾਨੀਗੜ੍ਹ ਏਰੀਏ ਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ, ਕਿਉਂਕਿ ਇਹ ਭਵਾਨੀਗੜ੍ਹ ਦੇ ਕਿਸਾਨਾਂ ਦੀ ਉਹ ਦੁਕਾਨ ਹੈ, ਇਹ ਹੱਟ ਹੈ ਜਿਹੜੀ, ਇਹ ਕਿਸਾਨਾਂ ਦੀ ਹੱਟ ਹੈ। ਬਿਲਕੁਲ, ਇੱਕ ਜਿਵੇਂ ਕਈ ਵਾਰੀ ਨਕਲੀ ਪੈਸਟੀਸਾਈਡ ਮਿਲਦੇ ਨੇ ਆਮ ਦੁਕਾਨਾਂ ਤੋਂ, ਕਈ ਵਾਰੀ ਗੜਬੜ ਹੋ ਜਾਂਦੀ ਆ। ਬਿਲਕੁਲ, ਇਹ ਕਿਤੇ ਨਾ ਕਿਤੇ ਕੇਂਦਰ ਸਰਕਾਰ ਨਾਲ ਜੁਆਇੰਟ ਹੋਣ ਕਰਕੇ ਪੱਕਾ ਤਸੱਲੀ ਹੋਊਗੀ ਕਿਸਾਨ ਦੀ। ਬਿਲਕੁਲ ਬਿਲਕੁਲ ਜੀ, ਪੂਰਾ ਬਿੱਲ ਦੇ ਨਾਲ ਕੰਮ ਹੋਊਗਾ, ਤੇ ਬਿੱਲ ਤੇ ਹੀ ਚੀਜ਼ ਖਰੀਦੀ ਜਾਊਗੀ, ਬਿੱਲ ਤੇ ਹੀ ਅੱਗੇ ਜਿਹੜੀ ਹੈ ਚੀਜ਼ ਆ ਉਹ ਸੇਲ ਕੀਤੀ ਜਾਊਗੀ। ਤੇ ਇਸ ਤਰ੍ਹਾਂ ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਗੁੰਜਾਇਸ਼ ਨਹੀਂ। ਤੇ ਜਿਹੜੇ ਕੰਪਨੀ, ਕਿਉਂਕਿ ਇਹਦੇ ਵਿੱਚ ਕੰਪਨੀਆਂ ਨੇ ਜਿਹੜੀਆਂ ਡਾਇਰੈਕਟ ਨੇ, ਕੰਪਨੀਆਂ ਤੋਂ ਹੀ ਮਾਲ ਜਿਹੜਾ ਲੈਣਾ ਤੇ ਬਿਲਿੰਗ ਦੇ ਨਾਲ ਹੀ ਅੱਗੇ ਸੇਲ ਕਰਨਾ ਹੈ। नमस्कार जी, मेरा नाम विनोद बेनीवाल है। मैं इस प्रोजेक्ट का प्रोजेक्ट कोऑर्डिनेटर हूँ। हमारी कंपनी का नाम शक्तिवर्धक मिल्क प्रोड्यूसर कंपनी है। हम लोग खुद भी एक एफपीओ ही हैं और हम नाबार्ड के द्वारा 2016 में बने थे।
उसके बाद अब हम 2 साल पहले CBBO बने हैं SFAC दिल्ली के द्वारा, जो कि स्मॉल फार्मर एग्री बिजनेस कंसोर्शियम है। उसी के तहत हमें 25 FPO बनाने का मौका मिला, क्योंकि हम इतने लंबे समय से किसानों के साथ ही जुड़े हुए हैं। तो हमने 10 FPO हरियाणा में बनाई और 10 हमने पंजाब में बनाई है। उनमें से आज हम भवानीगढ़ में है, और भवानीगढ़ में यूनाइटेड शक्ति फार्मर प्रोड्यूसर कंपनी जो बनी है, ये संगरूर ज़िले के अंदर हमें 5 ब्लॉक मिले हैं, जिसके अंदर ये भवानीगढ़ के ज़िले के अंदर आज हम इस मुहूर्त पे आए हुए हैं। इस स्कीम के तहत पूरे हिंदुस्तान में 10,000 FPO की ये स्कीम है, सेंट्रल सेक्टर स्कीम, जिसके तहत एक ब्लॉक में एक FPO मुख्यतः बनती है, जिसके तहत 750 किसानों को जोड़ा जाता है और उन्हें किसानों को मिलने वाली सभी सुविधाएं दी जाती हैं। इसी के तहत जैसे आज यहाँ पर पेस्टिसाइड, इंसेक्टिसाइड और एग्री इनपुट, इसको कह सकते हैं हम, एग्री इनपुट की शॉप खुली है, जिसके तहत किसानों को नो प्रॉफिट नो लॉस पे अपना इनपुट मिल पाएगा। आदान जिसको हम बोल सकते हैं, खाद, बीज, स्प्रे वगैरह। उसी तरीके से जैसे आने वाले समय में जैसे जैसे इनका काम बढ़ता है, तो सरकार की, सेंट्रल सेक्टर गवर्नमेंट की स्कीम ऐसी हैं जिसके तहत मान लीजिए, अब भाई साहब ने अभी कहा था कि हमें एक सीड प्लांट लगाना है, तो सीड प्लांट लगाने के लिए किसानों के साधन नहीं होते। तो अब गवर्नमेंट ने क्या स्कीम निकाली है कि अगर कोई FPO किसी तरीके से कोई भी प्लांट लगाना चाहती है, किसी तरह की इंडस्ट्री लगाना चाहती है, जिसके तहत अगर सिक्योरिटी अवेलेबल नहीं है, तो बगैर सिक्योरिटी के भारत सरकार उन्हें, पहले ये 2 करोड़ रुपए तक का था, अब 5 करोड़ रुपए तक की 5 करोड़ रुपए तक का लोन मिलेगा। ये वापस देना होगा। लोन उन्हें विदाउट एनी सिक्योरिटी मिल सकता है। तो ये एक बहुत बड़ी बात है कि इस ब्लॉक के सभी ब्लॉकों के लिए उपलब्ध है ये। भाई अगर कोई ब्लॉक में कुछ लोग कार्य करना चाहते हैं, तो उन्हें 5 करोड़ रुपए तक का लोन मिल सकता है। इसके अंदर किसी तरह की कोई चीज़ गिरवी रखने की ज़रूरत नहीं होगी किसी किसान को, और सभी लोग सामूहिक मिलकर इसको कार्य कर सकते हैं। कोऑपरेटिव मूवमेंट है ये, जिस तरह से अमूल चलता है पूरे इंडिया के अंदर, और इसी तरह की ये चीज़ है। और उसी के साथ साथ मान लीजिए पंजाब में कोई भी स्कीम आती है, जैसे अभी ड्रोन आ रहा है, जैसे ड्रोन से स्प्रे होने लगेगा फसलों के ऊपर, तो उसमें क्या है कि सरकार 75 से 80% तक ग्रांट देगी एक FPO को। तो ये FPO बताएगी हमें कितने ड्रोन चाहिए। तो ये इंडिविजुअल आदमी को मान लीजिए 10% सब्सिडी मिलती है या 20% सब्सिडी मिलती है, लेकिन FPO अगर इकट्ठा लेना चाहेगी या खुद लेना चाहेगी तो उसको 80% तक की ग्रांट मिल सकती है। इसी तरह से वेरियस स्कीम्स हैं जिसके तहत FPO के लिए तो वो अवेलेबल है, इंडिविजुअल के लिए अवेलेबल नहीं है। अकेला किसान कर भी नहीं सकता, उसमें समर्थ भी नहीं होता, उसमें साधन भी नहीं होते। लेकिन ये जब सामूहिक रूप में कार्य करेंगे तो सभी के लिए साधन बन जाएगा, सभी के लिए ये सुविधा बन जाएगी। ये एक आम किसान के लिए एक प्लेटफॉर्म बनेगा, और ये एक आदर्श स्थिति होगी कि एक सामूहिक मिलकर लोग, किसान जो हैं, इस कार्य के लिए कर पा रहे हैं, और इसी से प्रेरणा लेकर और आसपास के ब्लॉक और आसपास के किसान इस काम को कर पाएंगे। ठीक है, 750 किसान से ज़्यादा नहीं मेंबर बन सकते? नहीं, बन सकते हैं, उसमें कोई दुराई नहीं है। लेकिन सरकार की जो स्कीम स्पोर्ट्स स्कीम है, वो ये है कि 750 लोगों तक ही सरकार, देखिए इसमें इक्विटी ग्रांट देगी। अगर कोई भी आदमी जो है इसका मेंबर बनेगा, इसको हम शेयर होल्डर बोलते हैं, वो एक पहली बात तो ये है कि वो रिफंडेबल होता है। अगर वो आदमी नहीं रहना चाहे तो वापस दे सकता है, वापस ले सकता है, कंपनी उसको किसी और को ट्रांसफ़र कर सकती है वो शेयर, और वो उसको पैसा वापस मिल सकता है। एक बात तो ये हुई। दूसरी बात ये हुई कि सरकार की जो स्कीम है, अगर मान लीजिए 750 लोगों ने 2-2 हज़ार रुपये दिए, तो 15 लाख रुपये इकट्ठे हुए, तो 15 लाख रुपए ही गवर्नमेंट सपोर्ट करेगी। फिलहाल जो स्कीम है वो 15 लाख ही सपोर्ट करेगी। तो आप ये मान के चलिए कि अगले एक साल के अंदर हमें 750 लोगों पे ही टारगेट है। उसके बाद कोई नई स्कीम आती है या उसको और बढ़ाना है तो बढ़ा सकेंगे। हम रिक्वेस्ट करेंगे, अगर ऐसी कोई ज़रूरत हुई तो हम रिक्वेस्ट कर सकते हैं गवर्नमेंट से कि एक कंपनी और बनाई जाए, क्योंकि वो समूह बहुत बड़ा हो जाता है तो उसको संभालने में थोड़ी दिक्कत आती है। फिलहाल स्कीम जो 750 तक की ही है, बना सकते हैं, सरकार सपोर्ट नहीं करेगी। पेस्टिसाइड सस्ती में मिलेंगी? पेस्टिसाइड क्या है कि ये किसानों की ही कंपनी है, तो अगर मान लीजिए कोई प्रॉफिट भी आता है तो प्रॉफिट भी वो किसानों में ही बटेगा या किसानों के लिए ही होगा, तो वो अल्टीमेटली सस्ता ही होगा ना। जैसे मान लीजिए आप कोई भी एक चीज़ लेके आते हैं, उस पर मान लीजिए आपको 1000 रुपये मार्जिन मिलता है, तो इसमें वो 1000 रुपये मार्जिन इसी दुकान में रहा, और ये दुकान किसकी है? दुकान कंपनी की। कंपनी किसकी? कंपनी किसानों की है। तो अल्टीमेटली जो कहते हैं भाई घी खिचड़ी में ही है, तो खिचड़ी में ही है घी, तो वो सारा वही है। ठीक है, बिल्कुल। बाकी ओरिजिनल चीज में पेस्टिसाइड और डुप्लीकेट पेस्टिसाइड मिल जाते हैं दुकानां तो ਉਹਦੀ ਵੀ गारंटी होनी?
हाँ, देखिए अब मामला क्या है कि क्योंकि ये सेंट्रल सेक्टर स्कीम के तहत बनी है तो इसके अंदर मर्यादा रखनी पड़ती है सभी तरीके से, और ये कंपनी डायरेक्ट डील करेगी सभी बड़ी कंपनियों के साथ, और उस वजह से ये डिस्ट्रीब्यूटर बन पाएंगे। तो जब डिस्ट्रीब्यूटर ही बन जाएंगे तो कंपनी से सीधा ही माल आएगा, पेस्टिसाइड, इंसेक्टिसाइड, फर्टिलाइज़र वगैरह वगैरह का, तो फिर उसमें जो डुप्लीकेसी की संभावनाएं हैं वो ख़त्म हो जाती हैं। हाँ, तो ये मुख्य बात यही है। नहीं जी, बिल्कुल नहीं, क्योंकि ऐसा है ना जी, मतलब कोई भी आदमी किसी काम के लिए कोई करता है तो अपना कुछ ज़्यादा बेनिफिट के लिए काम करता है, भाई मुझे ज़्यादा पैसा मिल जाए, मोटी बात तो यही आती है। इस स्थिति में क्या है कि वो पैसा मिलता है तो भी तो उन्हीं को जा रहा है, तो वो नकली काम करेगा ही क्यों। और फिर ये जब किसानों की कंपनी है तो ये सभी लोग मतलब समर्थ लोग हैं और बड़े यहाँ पे ऊर्जावान लोग हैं, और जो समाज के अंदर बहुत बड़ा रुतबा है सभी का। जैसे आपने देखा कि 3 तो सरपंच साहब भी जुड़े हुए हैं इसके अंदर, तो उन्हें मतलब खुद की जो वजूद है उसकी ज़्यादा कीमत होती है बजाय कि 2 पैसे कमाने की। आपका चेयरमैन ब्लॉक समति भवानीगढ़ ਅੱਜ ਇੱਥੇ ਯੂਨਾਈਟਿਡ ਸ਼ਕਤੀ ਫਾਰਮਰ ਪ੍ਰੋਡਿਊਸਰ ਕੰਪਨੀ ਦਾ ਉਦਘਾਟਨ ਹੋਇਆ ਹੈ ਤੇ ਜੋ ਕਿ ਇੱਕ ਸੈਂਟਰ ਗਵਰਨਮੈਂਟ ਵੱਲੋਂ ਇਹ ਦੁਕਾਨ ਖੋਲ੍ਹੀ ਗਈ ਹੈ ਕਿਸਾਨਾਂ ਦੇ ਲਈ। ਜਿਵੇਂ ਆਪਾਂ ਗੱਲ ਕਰੀਏ ਕਿ ਪੂਰੇ ਪੰਜਾਬ ਦੇ ਵਿੱਚ ਇਹਨਾਂ ਨੇ ਇੱਕ ਬਲਾਕ ਦੇ ਵਿੱਚ ਇੱਕ ਸ਼ੋਰੂਮ ਦਾ ਉਦਘਾਟਨ ਕਰਨਾ, ਸ਼ੋਰੂਮ ਪਰ ਉਹ ਆਪਣੇ ਜ਼ਿਲ੍ਹੇ ਸੰਗਰੂਰ ਦੇ ਵਿੱਚ ਇਹ ਪਹਿਲੀ ਜਿਹੜੀ ਹੈ ਇੱਥੇ ਸ਼ੋਪ ਖੋਲ੍ਹੀ ਗਈ ਹੈ ਜੋ ਕਿ ਸੈਂਟਰ ਗਵਰਨਮੈਂਟ ਦੇ ਅੰਡਰ ਹੈ। ਵੱਡੀ ਗੱਲ ਇਹ ਹੈ ਵੀ ਸਾਡੇ ਵੱਡੇ ਭਰਾ ਜਗਤਾਰ ਸਿੰਘ ਮਟਰਾ ਸਰਪੰਚ ਸਾਹਿਬ ਨੇ ਮਟਰਾ ਪਿੰਡ ਤੋਂ, ਸਾਹਿਬ ਸਿੰਘ ਭੜੋ ਤੋਂ ਨੇ ਸਰਪੰਚ ਸਾਹਿਬ, ਇੱਧਰ ਜੀਵਨ ਜੀ ਬੈਠੇ ਆ, ਇਹ ਰਾਇਸਿੰਗ ਵਾਲੇ ਤੋਂ ਸਰਪੰਚ ਨੇ, ਕਿਉਂਕਿ ਇਹ ਪਹਿਲਾਂ ਹੀ ਕਿਸਾਨੀ ਦਾ ਕੀਤਾ ਕਰਦੇ ਆ, ਕਿਉਂ ਕਿਸਾਨਾਂ ਦੀਆਂ ਤਕਲੀਫਾਂ ਦਾ ਇਹਨਾਂ ਨੂੰ ਸਾਰਾ ਪਤਾ ਹੈ। ਤੇ ਇਹ ਮਤਲਬ 750 ਕਿਸਾਨ ਇਹਨਾਂ ਨੇ ਜੋੜਨਾ ਇਸ ਐਫਪੀਓ ਦੇ ਨਾਲ, ਕਿਉਂਕਿ ਇਹ ਬਹੁਤ ਵੱਡੀ ਸਹੂਲਤ ਸੈਂਟਰ ਸਰਕਾਰ ਵੱਲੋਂ ਦਿੱਤੀ ਗਈ ਹੈ, ਕਿਉਂਕਿ ਕਿਸਾਨ ਇਹਦਾ ਵੱਡੇ ਪੱਧਰ ਤੇ ਲਾਹਾ ਲੈਣ, ਮੈਂ ਰਿਕੁਐਸਟ ਵੀ ਕਰਦਾ ਵੀ ਲਾਹਾ ਲੈਣ ਤੇ ਇਸ ਕੰਪਨੀ ਦੇ ਆ ਕੇ ਉਹ ਮੈਂਬਰ ਵੀ ਬਣ, ਕਿਉਂਕਿ ਪਹਿਲਾਂ ਆਓ ਤੇ ਪਹਿਲਾਂ ਪਾਓ ਵਾਲੀ ਗੱਲ ਹੈ ਨਾ। ਜਿਹੜਾ ਪਹਿਲਾਂ ਕਿਸਾਨ ਆਊਗਾ ਤੇ ਮੈਂ ਇਹ ਸਮਝਦਾ ਕਿ ਉਹਨੂੰ ਬਹੁਤ ਵੱਡਾ ਆਉਣ ਵਾਲੇ ਟਾਈਮ ਦੇ ਵਿੱਚ ਬੈਨੀਫਿਟ ਹੋਣਾ ਹੈ। ਜਿਵੇਂ ਕਿ ਆਪਾਂ ਸੰਦਾਂ ਦੀ ਸਬਸਿਡੀ ਦੀ ਗੱਲ ਕਰਦੇ ਹਾਂ ਹੈ ਨਾ, ਨਹੀਂ ਤਾਂ ਪਿੰਡਾਂ ਦੇ ਵਿੱਚ ਗਰੁੱਪ ਬਣਾਉਣੇ ਪੈਂਦੇ ਸੀਗੇ, ਪਰ ਹੁਣ ਐਫਪੀਓ ਦੇ ਰਾਹੀਂ ਮਤਲਬ ਇਹ 80% ਸਬਸਿਡੀ ਕਿਸਾਨੀ ਸੰਦਾਂ ਦੇ ਉੱਪਰ ਲੈ ਸਕਦੇ ਆ। ਬਹੁਤ ਸੌਖਾ ਹੋ ਗਿਆ ਜੀ। ਮੈਂ ਆ ਗਈ ਜੀ ਆਪਣਾ ਨੂਰਪੁਰਾ ਫਰਨੀਚਰ ਹਾਊਸ ਹੈ ਜਿਹੜਾ, ਉਹਦੇ ਲਾਗੇ ਆ ਜਿੱਥੇ ਕਾਲੇ ਦੀ ਚੱਕੀ ਹੁੰਦੀ ਸੀ ਐਮਸੀ ਸਾਹਿਬ ਦੀ, ਸਤਸੰਗ ਘਰ ਦੇ ਬਸ ਸਾਹਮਣੇ ਜਿਹੀ ਸਮਝੋ, ਤੇ ਸਰਵਿਸ ਰੋਡ ਦੇ ਉੱਪਰ ਨਵਾਂ ਬੱਸ ਸਟੈਂਡ ਹੈ ਜਿਹੜਾ, ਜਦੋਂ ਭਵਾਨੀਗੜ੍ਹ ਤੋਂ ਆਪਾਂ ਬਾਹਰ ਨਿਕਲਦੇ ਹਾਂ ਤਾਂ ਸੱਜੇ ਪਾਸੇ ਸਰਵਿਸ ਰੋਡ ਦੇ ਉੱਪਰ ਇਹ ਸ਼ੋਰੂਮ ਖੁੱਲ੍ਹਿਆ ਗਿਆ। ਬਹੁਤ ਵੱਡਾ ਬੈਨੀਫਿਟ ਹੈ ਜੀ। ਮੈਂ ਸਾਡੇ ਸਰਪੰਚ ਸਾਹਿਬਾਂ ਨਾਲ ਵੀ ਗੱਲ ਕੀਤੀ ਸੀ, ਇਹਨਾਂ ਨੇ ਪੂਰਾ ਵਿਸ਼ਵਾਸ ਦਵਾਇਆ ਤੇ ਇੱਥੇ ਬਿਲਕੁਲ ਸ਼ੁੱਧ ਚੀਜ਼ ਮਿਲਣੀ ਹੈ ਜੀ, ਤੇ ਕੋਈ ਵੀ ਇਹਦੇ ਵਿੱਚ ਹੇਰਾਫੇਰੀ ਨਹੀਂ ਹੋਊਗੀ, ਕਦੇ ਵੀ ਕਿਸੇ ਕਿਸਾਨ ਨੂੰ ਕੋਈ ਕਿਸੇ ਵੀ ਕਿਸਮ ਦਾ ਕੋਈ ਪ੍ਰੋਬਲਮ ਨਹੀਂ ਜਾਂ ਦਿੱਕਤ ਨਹੀਂ ਆਊਗੀ। ਤੇ ਇਹ ਵੀ ਬੜੇ ਇਮਾਨਦਾਰ ਬੰਦੇ ਨੇ ਤੇ ਇਮਾਨਦਾਰੀ ਦੇ ਨਾਲ ਇਹ ਆਪਣੇ ਕਿਸਾਨਾਂ ਦੇ ਲਈ ਕੰਮ ਕਰਦੇ।